ਉਹਨਾਂ ਨੂੰ ਕੋਈ ਠੀਕ ਹੈ ਸਰਕਾਰ ਦਾ ਮੁਕਾਮ ਬਸ਼ਰੀਅਤ ਜੀ ਜੀ ਮੰਨ ਲਿਆ। ਸਰਕਾਰ ਤੋਂ ਅੱਗੇ ਬੀਬੀ ਫਾਤਮਾ ਪਾਕ ਬਸ਼ਰੀਅਤ ਤੋਂ ਜੀ ਜਦੋਂ ਸਰਕਾਰ ਦਾ ਹੀ ਦਰਜਾ ਉਹਨਾਂ ਨੇ ਬਸ਼ਰੀਅਤ ਰੱਖ ਦਿੱਤਾ ਬਿਲਕੁਲ ਵੀ ਬਸ਼ਰੀਅਤ ਹਾਂਜੀ ਤੇ ਬੀਬੀ ਫਾਤਮਾ ਪਾਕ ਦਾ ਤੇ ਸਰਕਾਰ ਤੋਂ ਦਰਜਾ ਹੋਰ ਘਟ ਗਿਆ ਜੀ ਜੀ ਤੇ ਉਧਰ ਕਾਫਰ ਕਹਿਣ ਡੈ ਤੇ ਉਧਰ ਮੌਲਾ ਅਲੀ ਦਾ ਦਰਜਾ ਲਾ ਲਓ ਉਸ ਹਿਸਾਬ ਨਾਲ। ਹੁਣ ਦੋਨਾਂ ਦੀ ਆਪਸ ਵਿੱਚ ਸ਼ਾਦੀ ਹੋ ਜਾਂਦੀ ਹੈ। ਹਾਏ 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 ਜਦੋਂ ਦੋਨਾਂ ਦੀ ਸ਼ਾਦੀ ਹੋ ਜਾਂਦੀ ਹੈ ਅੱਗੇ ਬੱਚੇ ਹੋ ਜਾਂਦੇ ਜਿਨ੍ਹਾਂ ਨੂੰ ਕਿਹਾ ਜਾਂਦਾ ਹਸਨ ਤੇ ਹੁਸੈਨ। ਹੁਣ ਸਰਕਾਰ ਨੂੰ ਕਹਿੰਦੇ ਆ ਬਸ਼ਰ ਤੇ ਹਸਨ ਹੁਸੈਨ ਨੂੰ ਕੀ ਮੰਨੋਗੇ? ਇਹਨਾਂ ਨੇ ਤੇ ਕੋਈ ਆਮ ਬੰਦਾ ਹੀ ਕਹਿਣਾ ਨਹੀਂ ਜਿੱਦਾਂ ਆਮ ਹਸਨ ਹੁਸੈਨ ਹਾਂਜੀ ਜੀ ਜੀ ਭਰਾ ਜਿੰਨਾ ਵੀ ਦਰਜਾ ਨਹੀਂ ਦਿੰਦੇ। ਲੇਕਿਨ ਆਮ ਇਨਸਾਨ ਜਿਹੜਾ ਜਾਨਦਾਰ ਕੋਈ ਵੀ ਚੀਜ਼ ਆ ਤੁਸੀਂ ਆ ਮੈਂ ਆ ਗਰਦਨ ਕੱਟ ਦਈਏ ਮੌਤ ਆ। ਜਾਨਦਾਰ ਚੀਜ਼ ਆ ਦਰਖਤ ਵਾ ਵੱਢ ਦਿੰਨੇ ਆ ਸੁੱਕ ਜਾਏਗਾ। ਜਾਨਦਾਰ ਕੋਈ ਵੀ ਚੀਜ਼ ਆ ਚਾਹੇ ਜਾਨਵਰ ਅਜੀਬਾ ਕਰ ਦਿਓ ਖਤਮ ਹੋ ਜਾਏਗਾ ਉਹ ਅਗਲੀ ਦੁਨੀਆ 'ਚ ਚਲਾ ਜਾਏਗਾ। ਲੇਕਿਨ ਸਰਕਾਰ ਦੀ ਬਸ਼ਰੀਅਤ ਤੋਂ ਥੱਲੇ ਆ ਜੋ ਬੀਬੀ ਫਾਤਮਾ ਤੋਂ ਅੱਗੇ ਮੌਲਾ ਅਲੀ ਤੋਂ ਮੌਲਾ ਹਸਨ ਫਿਰ ਅੱਗੇ ਮੌਲਾ ਹੁਸੈਨ ਤੇ ਮੈਦਾਨੇ ਕਰਬਲਾ ਦੇ ਅੰਦਰ ਜਦੋਂ ਸ਼ਹੀਦ ਹੁੰਦੇ ਆ ਨੇਜ਼ੇ ਦੇ ਉੱਤੇ ਸਰ ਮਾਰੇਗਾ ਬੋਲ ਕਿੱਦਾਂ ਰਿਹਾ? ਇਹਦੇ ਪਿੱਛੇ ਰਾਜ਼ ਕੀ ਆ ਯਾਰ? ਇਹ ਬਸ਼ਰ ਵਾ ਤੇ ਬੋਲਦਾ ਕਿੱਦਾਂ? ਵਾਹ ਵਾਹ ਜਿੱਥੇ ਬਸ਼ਰੀਅਤ ਆ ਗਈ ਮੌਤ। ਲੇਕਿਨ ਮੌਲਾ ਦੇ ਉੱਤੇ ਕਿਹੜਾ ਮੁਕਾਮ ਆ ਗਿਆ ਕਿ ਮੌਤ ਨਹੀਂ ਆ ਰਹੀ? ਸੁਭਾਨ ਅੱਲਾਹ ਵਾਹ 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 ਯਾਰ ਨਬੀ ਦਾ ਮੁਕਾਮ ਤੇ ਵਰਾਉਲ ਵਰਾ ਤੁਸੀਂ ਤੇ ਹੁਸੈਨ ਦਾ ਮੁਕਾਬਲਾ ਨਹੀਂ ਕਰ ਸਕਦੇ। ਲੋ ਜੀ ਅੱਜ ਦੀ ਗੁਫ਼ਤਗੂ ਕਰਿਆ ਕਰੋ। ਫਤਵੇ ਵਾਲੀ ਗੱਲ ਗਰਦਨ ਕਟਾ ਕੇ ਅਜ ਮੌਜਜ਼ਾ ਦਿਖਾ ਗਿਆ ਤਨਹਾ ਹੁਸੈਨ ਅੱਲਾ ਬਚਾ ਗਿਆ। ਹੁਣ ਦੇਖੋ ਕੀ ਕਹਿੰਦੇ ਨੇ ਕਿ ਜੀ ਸਰਕਾਰ ਨੇ ਸਜਦੇ ਦੇ ਵਿੱਚ ਸਿਰ ਕਟਾਇਆ ਨਮਾਜ਼ ਦੀ ਬੜੀ ਅਹਿਮੀਅਤ ਭਾਈ ਨਮਾਜ਼ ਨਾ ਛੱਡਿਓ ਇਹੀ ਕਹਿੰਦੇ। ਮੁੜ ਕੇ ਅਗਲਾ ਸਬਕ ਲੈਂਦੇ ਆ ਕਰਬਲਾ ਦੇ ਵਿੱਚੋਂ ਕਿ ਸਬਕ ਤੁਸੀਂ ਕੀ ਲਿਆ? ਵਾਕਿਆ ਹੋਇਆ ਵਾਕਿਏ ਦੇ ਵਿੱਚੋਂ ਤੁਸੀਂ ਕਨਕਲੂਜਨ ਉਹਦਾ ਕੀ ਕੱਢਿਆ ਕਿ ਜੀ ਸਰਕਾਰ ਨੇ ਨਮਾਜ਼ ਦੇ ਅੰਦਰ ਸਜਦੇ ਦੇ ਅੰਦਰ ਸਿਰ ਕਟਾਇਆ। ਇਹਦਾ ਮਤਲਬ ਹੈ ਕਿ ਨਮਾਜ਼ ਅਹਿਮ ਹੈ ਨਮਾਜ਼ ਨਹੀਂ ਛੱਡਣੀ। ਨਮਾਜ਼ ਆਓ ਨਮਾਜ਼ ਪੜ੍ਹੇ ਇਸ ਪਾਸੇ ਮੁੜ ਕੇ ਨੇਜ਼ੇ ਦੇ ਉੱਤੇ ਸਰ ਮੁਬਾਰਕ ਸਰਕਾਰ ਨੇ ਤਿਲਾਵਤ ਕੀਤੀ ਜੀ ਕੁਰਾਨ ਦੀ ਬੜੀ ਅਹਿਮੀਅਤ। ਮੈਂ ਕਿਹਾ ਬਸ ਇਹੀ ਕਨਕਲੂਜਨ ਕੱਢਿਆ ਬਈ ਇਸ ਤੋਂ ਅੱਗੇ ਕੋਈ ਸ਼ੈ ਨਹੀਂ। ਇਹ ਦੱਸੋ ਕਿ ਕਰਬਲਾ 'ਚ ਦੀਨ ਬਚਿਆ ਇੱਕ ਯਜ਼ੀਦੀ ਇੱਕ ਹੁਸੈਨੀ। ਹੁਸੈਨੀ ਔਰ ਯਜ਼ੀਦੀ ਬਕੌਲ ਸਾਹਮਣੇ ਬਜ਼ਾਹਰ ਉਹ ਵੀ ਨਮਾਜ਼ ਪੜ੍ਹਦੇ ਸੀ ਉਹ ਵੀ ਨਮਾਜ਼ ਪੜ੍ਹਦੇ। ਠੀਕ ਫਿਰ ਤੁਸੀਂ ਵੀ ਕਹਿੰਦੇ ਭਾਈ ਨਮਾਜ਼ ਪੜ੍ਹੋ। ਸਰਕਾਰ ਨੇ ਵੀ ਉੱਥੇ ਕੁਰਾਨ ਪੜ੍ਹਿਆ ਬਸ ਇਹੀ ਕੱਢਿਆ। ਮੈਂ ਕਹਿੰਦਾ ਕਿ ਨਹੀਂ ਠੀਕ ਆ ਨਮਾਜ਼ ਦੇ ਅੰਦਰ ਇੱਕ ਰਸਤਾ ਵਾ ਮੰਜ਼ਿਲ ਨਹੀਂ ਰਸਤਾ ਵਾ ਕਿੱਥੇ ਤੱਕ ਮੌਲਾ ਤੱਕ ਪਹੁੰਚਣ ਦਾ। ਬੇਸ਼ੱਕ ਜਦੋਂ ਮੌਲਾ ਤੱਕ ਪਹੁੰਚ ਗਏ ਫਿਰ ਕੱਟੇ ਹੋਏ ਵੀ ਬੋਲਦੇ ਆ। ਮੌਲਾ ਦੀ ਪਹਿਚਾਣ ਹੋ ਗਈ। ਵਾਹ 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 कुंतो कंजन मख्फियन फाहबाबतु अनुराफा कि मैं एक छुपा हुआ खजाना था मुझे मोहब्बत पैदा हुई पहचाना। मैंने अपनी पहचान की खातिर हजरत इंसान को पैदा किया। क्या पहचान कर ली? तुझे नमाज़ां च लगे हुए पहचान ते कीती नहीं। अस्सलातु मिराजुल मुमिनीन नमाज मोमिनों की मिराज है। क्या मिराज हासिल हो गई? 5 टाइम पढ़ते हो किसी बाबे दादे नूं हुई होवे। मिराज दा मतलब की है? ਪਹਿਚਾਣ ਦੇਖਣਾ ਮੁਲਾਕਾਤ ਕਰਨੀ ਬਿਲ ਮੁਸ਼ਾਫਾ। ਯਾਰ ਤੁਸੀਂ WhatsApp ਤੇ ਮੇਰੇ ਨਾਲ ਗੱਲ ਕਰਦੇ ਹੋ ਕਿਹੜੀ ਲੋੜ ਸੀ ਮੈਨੂੰ ਬੁਲਾਉਣ ਦੀ? ਵਾਹ 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 ਸਰਕਾਰ ਦੇ ਕੋਲ ਵਹੀ ਆਂਦੀ ਸੀ ਕੁਰਾਨੇ ਪਾਕ ਆਂਦਾ ਸੀ ਰੱਬ ਨੂੰ ਕਿਹੜੀ ਲੋੜ ਪੈ ਗਈ ਮਿਰਾਜ ਤੇ ਬੁਲਾਉਣ ਦੀ? ਗੱਲਬਾਤ ਤੇ ਹੋ ਰਹੀ ਸੀ ਯਾਰ ਦੀ ਯਾਰ ਨਾਲ। ਫਿਰ ਨਮਾਜ਼ਾਂ ਵੀ ਘੱਲ ਦਿੰਦਾ ਨਮਾਜ਼ਾਂ ਦੇਣ ਲਈ ਉੱਥੇ ਬੁਲਾਇਆ ਭਾਰੀਆਂ ਸੀ ਪੂਰਾ ਕੁਰਾਨੇ ਪਾਕ ਉਤਾਰ ਛੱਡਿਆ ਨਮਾਜ਼ਾਂ ਭਾਰੀਆਂ ਸੀ ਉੱਥੇ ਕਿਉਂ ਬੁਲਾਇਆ? ਇਹਦਾ ਮਤਲਬ ਕਿ ਬਿਲ ਮੁਸ਼ਾਫਾ ਮਿਲਣਾ ਚਾਹੁੰਦਾ ਸੀ ਆਮਣੇ ਸਾਹਮਣੇ ਯਾਰ ਦਾ ਦੀਦਾਰ ਕਰਨਾ ਚਾਹੁੰਦਾ। ਸੁਭਾਨ ਅੱਲਾਹ ਸੁਭਾਨ ਅੱਲਾਹ। ਇਹਦਾ ਮਤਲਬ ਹੈ ਕਿ ਮਿਰਾਜ ਦਾ ਮਤਲਬ ਹੈ ਯਾਰ ਨੂੰ ਦੇਖਣਾ। ਨਮਾਜ਼ ਸਾਹਬਾ ਕਰਾਮ ਨੂੰ ਜਦੋਂ ਸਰਕਾਰ ਨੇ ਫਰਮਾਇਆ ਕਿ ਮੈਂ ਮਿਰਾਜ ਤੇ ਗਿਆ ਮੈਂ ਆਪਣੇ ਯਾਰ ਨਾਲ ਮੁਲਾਕਾਤ ਕਰਕੇ ਆਇਆ ਫਿਰ ਮਿਰਾਜ ਜਿਹੜਾ ਕੁੰਤੋ ਗੰਜ਼ਨ ਮਖਫੀਅਨ ਪਹਿਚਾਣ ਵਾਲੀ ਗੱਲ ਆ ਗਈ। ਇਹ ਸਾਰੀਆਂ ਗੱਲਾਂ ਨੂੰ ਜਦੋਂ ਅਟੈਚ ਕੀਤਾ ਸਹਾਬਾ ਕਰਾਮ ਨੇ ਫਰਮਾਇਆ ਕਿ ਯਾ ਰਸੂਲ ਅੱਲਾਹ ਕਿ ਤੁਸੀਂ ਤੇ ਪਹਿਚਾਣ ਵੀ ਕਰ ਲਈ ਤੁਸੀਂ ਤੇ ਜਾ ਕੇ ਮਿਰਾਜ ਵੀ ਕਰਿਆ ਸਾਡੇ ਲਈ ਕੀ ਹੁਕਮ ਆ?
ਸਾਨੂੰ ਤੇ ਕਹੀ ਜਾਂਦੇ ਆ, ਸਾਨੂੰ ਕਰਾਓ ਵੀ। ਸਰਕਾਰ ਨੇ ਫਰਮਾਇਆ ਕਿ ਮੇਰੀ ਉਮਤ ਦਾ ਇਹ ਆਲਮ ਆ ਕਿ ਦਿਨ ਦੇ ਵਿੱਚ 5 ਦਫਾ ਮਿਰਾਜ ਕਰੇਗੀ। ਸੁਭਾਨ ਅੱਲਾਹ। ਮਿਰਾਜ ਦਾ ਮਤਲਬ ਯਾਰ ਦਾ ਦੀਦਾਰ ਕਰੇਗੀ। ਕੀਤਾ ਕਦੀ ਯਾਰ ਦਾ ਦੀਦਾਰ? ਇੱਥੇ ਤੇ ਬੱਠੇ ਵੱਢਣ ਡਿਆ ਨਮਾਜ਼ ਚ ਹਾਂਜੀ ਹੈ ਜੀ, ਬਿਲਕੁਲ। ਕਿਸੇ ਦਾ ਖੋਤਾ ਖੂਹੀ ਡਿੱਗਣ ਵਾਲਾ, ਕਿਸੇ ਧਾਰਾਂ ਕੱਢਣ ਵਾਲੀਆਂ। ਉਹ ਯਾਰ ਦਾ ਪਹਿਚਾਣ ਆ, ਯਾਰ ਦੀ ਜਿਹੜਾ ਸਲਾਤੁ ਮਿਰਾਜੁਲ ਮੁਮੀਨੀਨ ਹੈ, ਮਕਾਮ ਕਿੱਥੇ ਆ? ਇਹ ਲੱਭਣਾ ਪੈਣਾ ਵਾ। ਬੇਸ਼ੱਕ। ਇਹਦੇ ਵਿੱਚੋਂ ਗੁਜ਼ਰਾਂਗੇ। ਗੱਲ ਮੈਂ ਅਸਲ 'ਚ ਕਰ ਰਿਹਾ ਸੀ ਕਿ ਮੌਲਾ ਹੁਸੈਨ ਸਜਦੇ 'ਚ ਸੀ। ਜੀ ਜੀ, ਬਿਲਕੁਲ। ਇੱਥੋਂ ਇਹਦਾ ਮਤਲਬ ਆ ਨਮਾਜ਼ ਕਹਿੰਦੇ ਉਹਨੂੰ ਕਿ ਪਹਿਲੇ ਮਿਰਾਜ ਹਾਸਲ ਹੋਏਗੀ ਫਿਰ ਨਮਾਜ਼ ਹੋਏਗੀ, ਨਹੀਂ ਤੇ ਫਵੈਲੁਲ ਲਿਲमुसल्लीन अल्लज़ीना हुम अन सलातिहिम साहून। खराबी है उन नमाजियों में जो अपनी नमाज से गाफिल है। खराबी है उन नमाजियों में ਜੋ ਆਪਣੀ ਨਮਾਜ਼ जो अपनी नमाज केड़ी हुंदी है बई? पढ़दे ते रब दी अपने आप की किताब को पढ़, ये तुझे फायदा पहुंचाएगी रोजे हिसाब के दिन। ये कोई किताब आ, उन्हें तखलीक करके भेजे इनू, ਬੇਸ਼ੱਕ। बड़ा कुछ लिखा है ਇਹਦੇ ਤੇ ਗੌਰ ਤੇ ਕਰ, ਧਿਆਨ ਤੇ ਮਾਰ। ਵਾਹ ਕੁਲੂਬੁਲ ਮੁਅਮਿਨੀਨ ਅੱਲਾਹੁ ਤਾਲਾ, ਐ ਮੂਮਨਾ ਤੇਰਾ ਦਿਲ ਮੇਰਾ ਘਰ ਆ। ਵਾਹ। ਐ ਮਸੀਤਾਂ 'ਚ ਪੈਸੇ ਪਾਈ ਜਾਂਦੇ, ਕਿਆ ਕਹਿ ਰਹੇ ਜੀ? ਕੀ ਆ ਜੀ? ਰੱਬ ਦਾ ਘਰ ਵਾ। ਰੱਬ ਦਾ ਘਰ ਨਹੀਂ, ਇਬਾਦਤ ਗਾਹ ਵਾ, ਕੋਠਾ ਵਾ। ਤੁਸੀਂ ਜਗ੍ਹਾ ਮੁਖਤਸ ਕੀਤੀ ਆ ਇਬਾਦਤ ਵਾਸਤੇ, ਬੇਸ਼ੱਕ। ਲੇਕਿਨ ਰੱਬ ਨੇ ਕੀ ਫਰਮਾਇਆ ਕਿ ਕੁਲੂਬੁਲ ਮੁਅਮਿਨੀਨ ਅਰਸ਼ ਅੱਲਾਹੁ ਤਾਲਾ, ਐ ਮੂਮਨਾ ਤੇਰਾ ਦਿਲ ਮੇਰਾ ਘਰ ਆ, ਮੈਂ ਤੇਰੀ ਸ਼ਰਕ ਤੋਂ ਤੇਰੇ ਕਰੀਬ ਰਹਿਣਾ। ਤੇ ਰੱਬ ਨੇ ਕਿੱਥੋਂ ਲੱਭਣਾ? ਅੰਦਰੋਂ। ਤੇ ਲੱਭਦੇ ਅਸੀਂ ਕਿੱਥੋਂ ਆ? ਬਾਹਰੋਂ। ਬਲਕਿ ਲੱਭਦੇ ਹੀ ਨਹੀਂ, ਲੱਭਦੇ ਹੀ ਨਹੀਂ। ਅਸੀਂ ਤਾਂ ਦੁਨੀਆਦਾਰੀ 'ਚ ਫਸੇ ਆ, ਕਾਰੋਬਾਰਾਂ 'ਚ ਫਸੇ ਆ, ਕੰਮ ਨਹੀਂ ਚੱਲਣ ਡਿਆ, ਪਤਾ ਨਹੀਂ ਕਿੱਥੇ ਕਿੱਥੇ ਫਸੇ ਆ ਅਸੀਂ। ਤੇ ਰੱਬ ਨੂੰ ਲੱਭਣ ਵਾਲੇ ਪਾਸੇ ਤੁਰਦਾ ਹੀ ਕੋਈ ਨਹੀਂ। ਜੇ ਉਹ ਵੱਡਿਆਂ ਦਾ ਹੀ ਕੰਮ ਸੀ। ਗੱਲ ਹੁਣ ਫੇਰ ਆ ਜਾਂਦੇ ਮੌਲਾ ਹੁਸੈਨ ਦੇ ਸਜਦੇ ਤੇ। ਹਾਂ, ਸੁਭਾਨ ਅੱਲਾਹ। ਮੌਲਾ ਹੁਸੈਨ ਨੇ ਸਜਦਾ ਕੀਤਾ, ਮੌਲਾ ਹੁਸੈਨ ਨੇ ਸਾਰਾ ਕੁਝ ਪਾਰ ਕਰਕੇ ਇਸ ਮੁਕਾਮ ਤੇ ਪਹੁੰਚੇ। ਬੇਸ਼ੱਕ 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 ਬੇਸ਼ੱਕ। ਜਦੋਂ ਇੱਥੇ ਪਹੁੰਚੇ, ਆਪ ਦਾ ਸਰ ਕਲਮ ਹੋਇਆ, ਸ਼ਹਾਦਤ ਨਸੀਬ ਹੋਈ। ਸ਼ਹਾਦਤ ਨਸੀਬ ਹੋਣ ਤੋਂ ਬਾਅਦ ਯਜ਼ੀਦੀਆਂ ਨੇ ਸਰਕਾਰ ਦਾ, ਮੌਲਾ ਦਾ ਸਰ ਮੁਬਾਰਕ ਚੱਕਿਆ ਤੇ ਨੇਜ਼ੇ ਤੇ ਉਠਾ ਕੇ ਤੁਰੇ ਨਾ। ਤਲਾਵਤ ਹੋਈ। ਜਦੋਂ ਤਲਾਵਤ ਹੋਈ ਤੇ ਹੁਣ ਨਤੀਜਾ ਅਖਜ਼ ਕਰਨ ਵਾਲੇ ਨੇ ਕੀ ਕੀਤਾ ਕਿ ਯਾਰ ਇਹ ਹੈਗਾ ਕਰਬਲਾ ਵਾਲਾ ਦੀਨ, ਤੇ ਲਿਹਾਜ਼ਾ ਆਪਾਂ ਨਮਾਜ਼ ਵੀ ਪੜ੍ਹਿਆ ਕਰੀਏ ਤੇ ਕੁਰਾਨ ਵੀ ਪੜ੍ਹਿਆ ਕਰੀਏ। ਮੈਂ ਕਿਹਾ ਨਾ ਨਾ, ਇਹਦੇ ਤੇ ਨਾ ਰਹਿ ਜਾਈ, ਇਤੋਂ ਗਾਂਹ ਚੱਲ। ਇਹ ਦੱਸ ਕਿ ਇਨਸਾਨ ਹੋ ਕੇ, ਜਾਨਦਾਰ ਹੋ ਕੇ, ਸਿਰ ਧੌਣ ਕੱਟੀ ਹੋਈ ਆ, ਬੋਲਣ ਕਿੱਦਾਂ ਡਿਆ? ਅਸਲ ਕਰਬਲਾ ਦਾ ਦੀਨ ਇਹ ਆ ਕਿ ਇਸ ਮੁਕਾਮ ਤੇ ਪਹੁੰਚਣਾ, ਕਿ ਇਹ ਕੱਟ ਦਿੱਤਾ ਜਾਵੇ, ਵੱਢ ਦਿੱਤਾ ਜਾਵੇ, ਬੋਲੇ। ਇਹਦਾ ਅਸਲ ਕਨਕਲੂਜਨ ਇਹ ਆ ਬੇਸ਼ੱਕ ਕਿ ਕਰਬਲਾ ਵਾਲਾ ਦੀਨ ਕੀ ਆ? ਇਹ ਆ ਯਾਰ। ਉਹ ਨਮਾਜ਼ ਯਜ਼ੀਦੀ ਵੀ ਪੜ੍ਹਨ ਡਿਆ ਨਾ। ਬੇਸ਼ੱਕ। ਯਜ਼ੀਦ ਨਹੀਂ ਸੀ ਪੜ੍ਹਦਾ, ਹਾਫਿਜ਼ ਕੁਰਾਨ ਨਹੀਂ ਸੀ। ਫਿਰ ਉਹਨਾਂ ਹੀ ਤਾਂ ਸਾਡੇ 'ਚ ਫਰਕ ਕੀ ਹੋਇਆ? ਤੇ ਝੂਠ ਉਹ ਵੀ ਬੋਲਦੇ ਸੀ, ਅਸੀਂ ਵੀ ਬੋਲਦੇ ਹਾਂ। ਸ਼ਰਾਬ ਉਹ ਵੀ ਪੀਂਦੇ ਸੀ, ਅੱਜ ਸਾਡੇ ਵੀ ਬਹੁਤ ਸਾਰੇ ਭਾਈ ਅੰਦਰ ਲੁਕ ਛੁਪ ਕੇ ਚਰਸ ਫੀਮ ਸਾਰਾ ਕੁਝ ਹੀ ਚੱਲਦਾ। ਫਿਰ ਯਜ਼ੀਦੀ ਹੋਏ ਕਿ ਹੁਸੈਨੀ ਹੋਏ? ਕਿਰਦਾਰ ਯਜ਼ੀਦੀ ਆ। ਕਿਰਦਾਰ ਯਜ਼ੀਦੀ ਆ। ਤੇ ਉਹ ਫਿਰ ਗੱਲ ਆ ਗਈ ਤੇ ਜਾ ਕੇ ਮੌਲਾ ਹੁਸੈਨ ਦੇ ਦਰਵਾਜ਼ੇ ਤੇ ਖੜੇ ਹੋਣਾ ਖਰਾਬ ਦੇ ਦਿਓ। ਕਿੱਦਾਂ, ਕਿਸ ਮੂੰਹ ਨਾਲ ਖੜੇ ਹੋਵਾਂਗੇ? ਇਹ ਤੇ ਹੈਗੇ ਸਾਰੇ ਲੈਣ ਦੇਣ ਦੇ ਮਾਮਲੇ। ਲੇਕਿਨ ਮੌਲਾ ਨੇ ਅਸਲ 'ਚ ਇਨਸਾਨ ਨੂੰ ਪੈਦਾ ਕਿਉਂ ਕੀਤਾ? ਅਸਲ ਤੇ ਇੱਥੋਂ ਕਹਾਣੀ ਸ਼ੁਰੂ ਹੋਣੀ ਹੈ ਨਾ। ਬੇਸ਼ੱਕ ਬੇਸ਼ੱਕ। ਮੈਂ ਅਸਲ 'ਚ ਗੱਲ ਸਮਝਾਉਣਾ ਚਾਹ ਰਿਹਾ ਬਿਸਮਿਲ੍ਲਾ ਜੀ। ਅਸਲ 'ਚ ਕਿਸੇ ਮਕਸਦ, ਹੁਣ ਦੇਖੋ ਤੁਸੀਂ ਵੀ, ਸਰਕਾਰ ਦੀ ਤਾਰੀਫ ਹੋਈ, ਸੁਨਾ ਵੀ ਹੋਈ, ਸਾਰਾ ਕੁਝ ਹੋਇਆ, ਲੇਕਿਨ ਐਂਡ ਤੇ ਆਪਾਂ ਪਹੁੰਚੇ ਕਿੱਥੇ ਆ? ਆਪਾਂ ਇਸ ਮਹਿਫਲ 'ਚੋਂ ਲਿਆ ਕੀ ਆ? ਦੁਆ ਹੋਈ ਆ ਜੀ, ਕਾਰੋਬਾਰ ਵਸੀਹ ਹੋ ਜਾਣ, ਘਰ ਹਰ ਮਾਮਲਾ ਠੀਕ ਹੋ ਜਾਣ, ਬਸ ਇਹੀ ਲੈਣਾ ਸੀ। ਇਹ ਤਾਂ ਦੁਆਵਾਂ ਉਦਾਂ ਵੀ ਹੋ ਰਹੀਆਂ, ਤੁਸੀਂ ਵੀ ਕਰ ਰਹੇ, ਘਰ ਵਾਲਿਦੈਨ ਵੀ ਕਰ ਰਹੇ, ਮੌਲਵੀ ਵੀ ਕਰਦੇ, ਸਾਰੇ ਕਰੀ ਜਾਂਦੇ। ਮੈਂ ਕਹਿੰਦਾ ਅਗਰ ਦੁਆਵਾਂ 'ਚ ਐਡਾ ਹੀ ਅਸਰ ਹੋਵੇ ਤੇ ਕਸ਼ਮੀਰ ਆਜ਼ਾਦ ਹੋਇਆ ਹੁੰਦਾ ਜੀ। ਬੇਸ਼ੱਕ। ਸਾਰਾ ਪਾਕਿਸਤਾਨ ਦੁਆਵਾਂ ਕਰਨ ਵਾਲਾ। ਆਪਾਂ ਬਚਪਨ ਤੋਂ ਸੁਣਦੇ ਆਉਂਦੇ, PTV ਤੇ ਵੀ ਲੱਗਦੀ ਹੁੰਦੀ ਸੀ ਕਸ਼ਮੀਰ ਦੇ ਬਾਰੇ। ਜੇ ਦੁਆਵਾਂ ਨਾਲ ਕੰਮ ਹੁੰਦਾ ਹੁੰਦਾ ਤੇ ਕਸ਼ਮੀਰ ਆਜ਼ਾਦ ਹੁੰਦਾ। ਲਿਹਾਜ਼ਾ ਦੁਆਵਾਂ 'ਚੋਂ ਬਾਹਰ ਨਿਕਲੋ, ਪਹਿਲੇ ਆਪਣੇ ਆਪ ਨੂੰ ਸਮਝੋ ਕਿ ਤੁਸੀਂ ਛਾਵਾਂ ਕੀ ਆ। ਅੱਲਾਹ ਪਾਕ ਨੇ ਤੁਹਾਨੂੰ ਆਪਣਾ ਨਾਇਬ ਬਣਾ ਕੇ ਘੱਲਿਆ, ਤੇ ਨਾਇਬ ਦੀ ਪਾਵਰ ਘੱਟ ਨਹੀਂ ਹੁੰਦੀ। ਇੱਥੇ ਗਲੀ ਮਹੱਲੇ ਵਾਲਾ ਕੋਈ ਨਾਇਬ ਬਣ ਜਾਏ ਨਾ, ਉਹ ਪੰਗਾ ਪਾ ਦਿੰਦਾ। ਉਹਨੂੰ ਪਤਾ ਮੇਰੇ ਪਿੱਛੇ ਸਾਈਂ ਹੈਗਾ। ਹੁਣ ਵਜ੍ਹਾ ਕੀ ਆ ਕਿ ਸਾਡਾ ਆਪਣੇ ਸਾਈਂ ਨਾਲ ਤਲਕ ਟੁੱਟਿਆ ਹੋਇਆ। ਜਦੋਂ ਸਾਈਂ ਨਾਲ ਤਲਕ ਟੁੱਟ ਜਾਵੇ ਫਿਰ ਦਰ ਦਰ ਰੋਲਦਾ ਫਿਰਦਾ। ਅਸੀਂ ਇਸ ਲਈ ਦਰ ਦਰ ਰੋਲਦੇ ਫਿਰਦੇ ਹਾਂ, ਕਦੀ ਉਸ ਘਰ ਜਾ, ਕਦੀ ਉਸ ਘਰ ਜਾ।
ਕਦੀ ਕਿਸੇ ਪੀਰ ਦੇ ਗੋਡੇ ਘੁੱਟਦੇ, ਕਦੀ ਕਿਸੇ ਪੀਰ ਦੇ ਗੋਡੇ ਹੀ ਘੁੱਟੀ ਜਾਂਦੇ, ਲੱਭਦਾ ਕੁਝ ਨਹੀਂ। ਵਜ੍ਹਾ ਕਿ ਅੱਜ ਤੱਕ ਸਾਨੂੰ ਸਮਝ ਹੀ ਨਹੀਂ ਆਈ ਕਿ ਅਸੀਂ ਛਾਵਾਂ ਕੀ। ਇਹ ਤਾਂ ਉਹ ਸ਼ੁਰੂ 'ਚ ਇੱਕ ਨੂਰ ਸੀ, ਉਸ ਨੂਰ ਤੋਂ ਜੁਦਾ ਹੋ ਕੇ ਇੱਥੇ ਆਇਆ ਬੈਠਾ ਹੈ, ਤੇ ਉਹ ਨੂਰ ਹੋ ਕੇ ਰੁਲਿਆ ਫਿਰਦਾ। ਇਹਦਾ ਮਤਲਬ ਕੀ ਆ ਕਿ ਆਪਣੇ ਯਾਰ ਨਾਲ ਆਪਣੇ ਪਿਛਲੇ ਮਕਾਮ ਨੂੰ ਭੁੱਲ ਗਿਆ। ਅਖੇ ਮਿੱਟੀ ਨੂੰ ਫਰੋਲ ਜੋਗੀਆ, ਤੇਰਾ ਲੱਭ ਜਾਵੇ ਲਾਲ ਗਵਾਚਾ। ਮਿੱਟੀ ਆ ਥੱਲੇ ਵਾਲੀ ਨਹੀਂ ਬੋਲਣੀ, ਆ ਮਿੱਟੀ ਆ, ਇਹਦੇ ਅੰਦਰ ਇੱਕ ਲਾਲ ਵਾ, ਇਹਨੂੰ ਖੋਲ, ਅੰਦਰੋਂ ਕੁਛ ਲੱਭੇ। ਕੀ ਲੱਭਣਾ? ਕੁਲੂਬੁਲ ਮੋਮਿਨੀਨ ਅੱਲਾਹ, ਕਿ ਤੇਰਾ ਰੱਬ ਕਿੱਥੇ ਬੈਠਾ। ਹੁਣ ਦੇਖੋ ਮਹਿਫਲ ਹੋਈ, ਦੁਆਵਾਂ ਕਰਦੇ, ਮਦੀਨੇ ਜਾਣ ਦੀਆਂ ਦੁਆਵਾਂ ਕਰਦਾ, ਕੋਈ ਕਹਿੰਦਾ ਮੇਰਾ ਸਰਕਾਰ ਮੈਨੂੰ ਦੇਖ ਜਾਣ ਰਾਤ ਨੂੰ ਖਾਬ, ਕਿੱਦਾਂ ਦਿਖਣਗੇ? ਹੁਣ ਰੱਬ ਨੇ ਆਣਾ ਕਿੱਥੇ ਆ? ਆਪਣੇ ਘਰ 'ਚ। ਦਿਲ ਪਾਕ ਹੈ ਉਹਦੀ ਸ਼ਾਨ ਦੇ ਮੁਤਾਬਕ। ਹੁਣ ਤੁਸੀਂ ਮੈਨੂੰ ਬੁਲਾਇਆ, ਪਹਿਲੇ ਤਾਂ ਸਫਾਈ ਕੀਤੀ ਹੋਏਗੀ, ਫਿਰ ਟੈਂਟ ਸ਼ੈਂਟ ਬੁਲਾਏ, ਫਿਰ ਤੱਕੀਏ ਤੁਕੇ ਆਪਣੇ ਵੱਲੋਂ ਤੁਸੀਂ ਪੂਰੀ ਕੋਸ਼ਿਸ਼ ਕੀਤੀ, ਕਿਸੇ ਨੂੰ ਸੋਹਣਾ ਲੱਗੇ ਨਾ ਲੱਗੇ, ਪਰ ਤੁਸੀਂ ਪੂਰੀ ਕੋਸ਼ਿਸ਼ ਕੀਤੀ ਕਿ ਯਾਰ ਚਾਦਰ ਸਾਫ਼ ਹੋਣੀ ਚਾਹੀਦੀ ਆ। ਕੀ ਆ ਯਾਰ, ਪੀਰਾਂ ਨੇ ਆਣਾ, ਥੋੜਾ ਜਿਹਾ ਸ਼ਾਨ ਦੇ ਮੁਤਾਬਕ ਹੋ ਜਾਵੇ ਕੰਮ। ਤੇ ਰੱਬ ਦੇ ਤਲਬਗਾਰ ਆ 5 ਟਾਈਮ, ਉਹਦੀ ਸ਼ਾਨ ਦੇ ਮੁਤਾਬਕ ਦਿਲ ਸਾਫ਼ ਹੈ। ਇੱਥੇ ਤੇ ਕੁੱਤੇ ਬਿੱਲੇ, ਦੁਨੀਆ जीफतुन व तालिबुहा किलाबुन, ये दुनिया मुर्दार है और इसकी चाहत रखने वाले इसके कुत्ते हैं। ਅਸੀਂ ਦੁਨੀਆ ਦੀ ਚਾਹਤ ਰੱਖੀ ਹੋਈ ਆ, ਇਹਦਾ ਮਤਲਬ ਅਸੀਂ ਕੌਣ ਹੋਏ? ਲਾਲੋ ਸਾਹਿਬ। ਜਿਹਨੂੰ ਟੋਲ ਲੋ ਸਭ ਤੋਂ ਵੱਡਾ ਹੀ, ਪਰ ਯਾਰ ਦਾ ਬਣ ਜਵੇ ਨਾ, ਉਹ ਨਾ ਬਣੇ, ਇੱਧਰ ਨਾ ਬਣ। ਇਹ ਚੀਜ਼ਾਂ ਜੀ, ਇਹ ਸਾਰੇ ਮੁਕਾਮਾਤ ਇਹਨਾਂ ਚੋਂ ਗੁਜ਼ਰਾਂਗੇ, ਪਹਿਲੇ ਖਿਆਲ ਕਰਾਂਗੇ ਅਸੀਂ ਕੌਣ ਸੀ, ਕਿੱਥੇ ਆਏ ਆ, ਅਸੀਂ ਹੈਗੇ ਕੀ ਆ। कसरत हुस्न में, कसरत हुस्न में आलम यकताई है, बज़म की बज़म है, तन्हाई की तन्हाई।